डियर स्टूडेंट्स, ਅੱਜ ਦਾ ਸਾਡਾ ਅਗਲਾ ਟੌਪਿਕ ਹੈ ਪੇਮੈਂਟ ਮੇਡ ਔਨ ਬਿਹਾਫ ਆਫ ਅਦਰਸ। ਲਾਸਟ ਕਲਾਸ ਦੇ ਵਿੱਚ ਅਸੀਂ ਟ੍ਰੇਡ ਡਿਸਕਾਊਂਟ ਤੇ ਕੈਸ਼ ਡਿਸਕਾਊਂਟ ਦੇ ਕੁਐਸਚਨਸ ਕੀਤੇ ਸੀਗੇ। ਜਰਨਲ ਐਂਟਰੀਜ਼ ਦੇਖਿਆ ਸੀਗਾ ਕਿ ਕਿਵੇਂ ਜਰਨਲ ਐਂਟਰੀਜ਼ ਜਿਹੜੀਆਂ ਹੈ ਉਹ ਪਾਸ ਹੁੰਦੀਆਂ, ਕੀ ਟ੍ਰੀਟਮੈਂਟ ਹੁੰਦਾ ਹੈ ਟ੍ਰੇਡ ਡਿਸਕਾਊਂਟ ਤੇ ਕੈਸ਼ ਡਿਸਕਾਊਂਟ। ਅੱਜ ਸਾਡੇ ਕੋਲ ਪੇਮੈਂਟ ਮੇਡ ਔਨ ਬਿਹਾਫ ਆਫ ਅਦਰਸ। ਜਦੋਂ ਪੇਮੈਂਟ ਕਿਸੇ ਹੋਰ ਦੇ ਬਿਹਾਫ ਦੇ ਉੱਤੇ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਜੇ ਤਾਂ ਪੇਮੈਂਟ ਰਿਸੀਵ ਹੁੰਦੀ ਹੈ ਤਾਂ ਵੀ, ਅਗਰ ਅਮਾਊਂਟ ਆਪਾਂ ਪੇ ਕਰਦੇ ਹਾਂ ਕਿਸੇ ਬਿਹਾਫ ਦੇ ਉੱਤੇ ਜਾਂ ਕਿਸੇ ਤੋਂ ਰਿਸੀਵ ਕਰਦੇ ਹਾਂ ਕਿਸੇ ਦੇ ਬਿਹਾਫ ਦੇ ਉੱਤੇ, ਤਾਂ ਉਸ ਬਿਹਾਫ ਵਾਲੇ ਪਰਸਨ ਦੀ ਹੀ ਅਸੀਂ ਐਂਟਰੀ ਪਾਣੀ ਹੁੰਦੀ ਹੈ। ਦੇਖੋ, ਅਮਾਊਂਟ ਪੇਡ ਔਨ ਬਿਹਾਫ ਆਫ ਕਸਟਮਰ, ਅਗਰ ਕਸਟਮਰ ਦੇ ਬਿਹਾਫ ਦੇ ਉੱਤੇ ਪੇਮੈਂਟ ਕੀਤੀ ਜਾਂਦੀ ਹੈ। ਦੇਖੋ ਐਗਜ਼ਾਮਪਲ ਹੈ, ਪੇਡ ਕੈਰੇਜ ₹70 ਔਨ ਬਿਹਾਫ ਆਫ ਅਰ ਕਸਟਮਰ ਮਨਜੀਤ। ਜਿਹੜਾ ਸਾਡਾ ਕਸਟਮਰ ਹੈ ਮਨਜੀਤ, ਉਹਦੇ ਬਿਹਾਫ ਦੇ ਉੱਤੇ ਅਸੀਂ ਕੈਰੇਜ ਪੇ ਕੀਤਾ ਹੈ ₹70 ਦਾ, ਤਾਂ ਆਪਾਂ ਕੀ ਐਂਟਰੀ ਪਾਵਾਂਗੇ? ਆਪਾਂ ਪਾਵਾਂਗੇ ਮਨਜੀਤ ਅਕਾਊਂਟ ਡੈਬਿਟ ਟੂ ਕੈਸ਼, ਕਿਉਂਕਿ ਮਨਜੀਤ ਦੇ ਬਿਹਾਫ ਦੇ ਉੱਤੇ ਅਸੀਂ ਕੈਸ਼ ਜਿਹੜਾ ਹੈ ਉਹ ਪੇ ਕਰ ਰਹੇ ਹਾਂ। ਠੀਕ ਹੈ ਬੇਟਾ। ਅਮਾਊਂਟ ਰਿਸੀਵਡ ਔਨ ਬਿਹਾਫ ਆਫ ਕਸਟਮਰ, ਜਦੋਂ ਰਿਸੀਵ ਕੀਤੀ ਜਾਂਦੀ ਹੈ ਉਦੋਂ ਕੀ ਟਰੀਟਮੈਂਟ ਹੁੰਦਾ ਹੈ? ਦੇਖੋ, ਰਿਸੀਵਡ ₹400 ਫਰੋਮ X ਔਨ ਬਿਹਾਫ ਆਫ Y ਦੇ ਬਿਹਾਫ ਦੇ ਉੱਤੇ ਅਸੀਂ X ਤੋਂ ₹400 ਰਿਸੀਵ ਕੀਤਾ ਹੈ, ਪਰ Y ਦੇ ਬਿਹਾਫ ਦੇ ਉੱਤੇ ਕੀਤਾ ਹੈ, ਇਸ ਲਈ ਕੈਸ਼ ਅਕਾਊਂਟ ਡੈਬਿਟ ਟੂ Y's ਅਕਾਊਂਟ ਆਪਾਂ ਲਿਖਾਂਗੇ, ਕਿਉਂਕਿ ਬਿਹਾਫ ਪੇ ਕਿਹਨੇ ਕਰਨਾ ਸੀਗਾ? ਸਾਡਾ Y ਨੇ ਹੀ ਕਰਨਾ ਸੀਗਾ। ਠੀਕ ਹੈ। ਅਤੇ ਜਦੋਂ ਵੀ ਆਪਾਂ ਪੇ ਕਰਨਾ ਹੈ ਜਾਂ ਰਿਸੀਵ ਕਰਨਾ ਹੈ ਤਾਂ ਜਿਸ ਵਿਅਕਤੀ ਦੇ ਬਿਹਾਫ ਦੇ ਉੱਤੇ ਆਪਾਂ ਉਹ ਪੇਮੈਂਟ ਰਿਸੀਵ ਕਰ ਰਹੇ ਹਾਂ ਜਾਂ ਪੇ ਕਰ ਰਹੇ ਹਾਂ, ਉਸ ਵਿਅਕਤੀ ਦਾ ਹੀ ਨਾਮ ਅਸੀਂ ਐਂਟਰੀ ਦੇ ਵਿੱਚ ਸ਼ੋਅ ਕਰਨਾ ਹੁੰਦਾ। ਠੀਕ ਹੈ ਬੇਟਾ। ਇਹਦੇ ਨਾਲ ਦੇ ਜਿਹੜੇ ਕੁਐਸਚਨਸ ਹੈ ਉਹ ਤੁਸੀਂ ਹੁਣ ਸੋਲਵ ਕਰਨੇ ਆ। ਨੈਕਸਟ ਹੈ ਟੌਪਿਕ ਸਾਡੇ ਕੋਲ ਇਨਕਮ ਐਂਡ ਐਕਸਪੈਂਸਿਸ ਪਾਸਟ, ਪ੍ਰੈਜੈਂਟ ਐਂਡ ਫਿਊਚਰ। ਪਾਸਟ, ਪ੍ਰੈਜੈਂਟ ਅਤੇ ਫਿਊਚਰ ਨਾਲ ਰਿਲੇਟਡ ਜਿੰਨੀ ਸਾਡੀ ਇਨਕਮ ਔਰ ਐਕਸਪੈਂਸਿਸ ਹੈ ਉਹਨਾਂ ਦਾ ਕੀ ਟਰੀਟਮੈਂਟ ਹੁੰਦਾ ਹੈ? ਦੇਖੋ, ਟਰੀਟਮੈਂਟ ਆਫ ਪ੍ਰੀਪੇਡ ਐਕਸਪੈਂਸਿਸ। ਪ੍ਰੀਪੇਡ ਐਕਸਪੈਂਸਿਸ ਮਤਲਬ ਜੋ ਐਕਸਪੈਂਸਿਸ ਪਹਿਲਾਂ ਹੀ ਪੇ ਕਰ ਦਿੱਤੇ ਜਾਂਦੇ ਹੈ, ਇਨ ਐਡਵਾਂਸ ਪੇ ਕਰ ਦਿੱਤੇ ਜਾਂਦੇ ਹੈ, ਤਾਂ ਉਸ ਇਹਦੀ ਜਿਹੜੀ ਜਰਨਲ ਐਂਟਰੀ ਹੈ ਉਹ ਕੀ ਪਾਸ ਹੁੰਦੀ ਹੈ? ਐਕਸਪੈਂਸ ਅਕਾਊਂਟ ਡੈਬਿਟ ਟੂ ਕੈਸ਼, ਅਗਰ ਕੈਸ਼ ਦੇ ਵਿੱਚ ਹੋਈ ਹੈ, ਅਗਰ ਚੈੱਕ ਹੋਇਆ ਹੈ ਤਾਂ ਬੈਂਕ ਅਕਾਊਂਟ ਆਏਗਾ। ਠੀਕ ਹੈ। ਨੈਕਸਟ, ਇਹ ਉਦੋਂ ਪਾਸ ਕੀਤੀ ਜਾਂਦੀ ਹੈ ਜਦੋਂ ਸਾਡੀ ਜਿਹੜੀ ਹੈ ਉਹ ਐਟ ਪ੍ਰੈਜੈਂਟ ਕੋਈ ਐਕਸਪੈਂਸ ਪੇ ਕੀਤਾ ਜਾਂਦਾ ਹੈ। ਠੀਕ ਹੈ। ਨੈਕਸਟ ਹੈ ਐਟ ਦੀ ਐਂਡ ਆਫ ਅਕਾਊਂਟਿੰਗ ਈਅਰ, ਅਗਰ ਅਕਾਊਂਟਿੰਗ ਈਅਰ ਦੇ ਐਂਡ ਦੇ ਉੱਤੇ ਐਕਸਪੈਂਸ ਪੇ ਕੀਤਾ ਜਾਂਦਾ ਹੈ ਤਾਂ ਪ੍ਰੀਪੇਡ ਐਕਸਪੈਂਸ ਅਕਾਊਂਟ ਡੈਬਿਟ ਟੂ ਕੰਸਰਨਡ ਐਕਸਪੈਂਸ। ਜਿਹੜਾ ਵੀ ਕੰਸਰਨਡ ਐਕਸਪੈਂਸ ਹੁੰਦਾ ਹੈ, ਰੈਂਟ, ਸੈਲਰੀ, ਕੁਛ ਵੀ ਹੋ ਸਕਦਾ ਹੈ, ਉਹਦੀ ਐਂਟਰੀ ਪਾਵਾਂਗੇ। ਫੋਰ ਐਗਜ਼ਾਮਪਲ ਦੇਖੋ, ਪੇਡ ਰੈਂਟ, ਅਗਰ ਇਕੱਲਾ ਪੇਡ ਰੈਂਟ ਲਿਖਿਆ ਹੋਇਆ ਹੈ ਤਾਂ ਆਪਾਂ ਐਂਟਰੀ ਪਾਵਾਂਗੇ ਰੈਂਟ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਹੁਣ ਦੇਖੋ, ਆਊਟ ਆਫ ਦੀ ਰੈਂਟ ਪੇਡ ਦਿਸ ਈਅਰ 1200 ਇਜ਼ ਰਿਲੇਟਡ ਟੂ ਨੈਕਸਟ ਈਅਰ, ਅਗਲੇ ਸਾਲ ਦਾ ਹੈ। ਫਿਰ ਕੀ ਹੋਇਆ? ਉਹ ਪ੍ਰੀਪੇਡ ਰੈਂਟ ਹੈ, ਪਹਿਲਾਂ ਹੀ ਪੇ ਕਰ ਦਿੱਤਾ ਗਿਆ ਰੈਂਟ ਹੈ, ਉਹਦੀ ਆਪਾਂ ਐਂਟਰੀ ਕੀ ਪਾਵਾਂਗੇ? ਪ੍ਰੀਪੇਡ ਰੈਂਟ ਅਕਾਊਂਟ ਡੈਬਿਟ ਟੂ ਰੈਂਟ ਅਕਾਊਂਟ। ਠੀਕ ਹੈ। ਪ੍ਰੀਪੇਡ एक्सपेंस अकाउंट डेबिट टू कंसर्नड एक्सपेंस। कंसर्नड एक्सपेंस क्या है? रेंट अकाउंट। ठीक है। अगे ट्रीटमेंट ऑफ आउटस्टैंडिंग एक्सपेंसिस, अगर साढ़े आउटस्टैंडिंग एक्सपेंसिस है फिर आप किवें एंट्री पानी है? ये कंसर्न, हुण देखो, आउटस्टैंडिंग एक्सपेंस वो एक्सपेंस हुंदा है जिहड़ा कि ड्यू हुंदा है पर रिसीव नहीं होया हुंदा। ठीक है। फॉर एग्जाम्पल जिद्दां ਮੰਨ ਲਓ ਕਿਸੇ ਮੰਥ ਦੇ ਵਿੱਚ ਸਾਨੂੰ ਰੈਂਟ ਰਿਸੀਵ ਹੋਣਾ ਚਾਹੀਦਾ ਸੀਗਾ, ਸਾਡਾ ਮੰਥ ਜਿਹੜਾ ਹੈ ਉਹ ਪੂਰਾ ਹੋ ਗਿਆ ਪਰ ਸਾਨੂੰ ਰੈਂਟ ਜਿਹੜਾ ਹੈ ਉਹ ਰਿਸੀਵ ਨਹੀਂ ਹੋਇਆ, ਪੂਰਾ ਮੰਥ ਜਿਹੜਾ ਹੈ ਉਹ ਕੰਪਲੀਟ ਹੋ ਗਿਆ ਪਰ ਸਾਨੂੰ ਰੈਂਟ ਰਿਸੀਵ ਨਹੀਂ ਹੋਇਆ, ਤਾਂ ਉਹ ਰੈਂਟ ਜਿਹੜਾ ਹੈ ਉਹ ਕੀ ਹੋਏਗਾ? ਆਊਟਸਟੈਂਡਿੰਗ ਰੈਂਟ ਹੋਏਗਾ। ਠੀਕ ਹੈ। ਉਹਨੂੰ ਆਪਾਂ ਆਊਟਸਟੈਂਡਿੰਗ ਐਕਸਪੈਂਸ ਕੰਸਰਨ ਕਰਾਂਗੇ। ਦੇਖੋ, ਇਹਦੀ ਕੀ ਐਂਟਰੀ ਹੈ? ਕੰਸਰਨਡ ਐਕਸਪੈਂਸ ਅਕਾਊਂਟ ਡੈਬਿਟ ਟੂ ਆਊਟਸਟੈਂਡਿੰਗ ਐਕਸਪੈਂਸ ਅਕਾਊਂਟ। ਦੇਖੋ, ਇੱਥੇ ਪ੍ਰੀਪੇਡ ਜਿਹੜਾ ਸੀਗਾ ਉਹਨੂੰ ਆਪਾਂ ਡੈਬਿਟ ਕਰਦੇ ਸੀਗੇ ਪਰ ਆਊਟਸਟੈਂਡਿੰਗ ਐਕਸਪੈਂਸ ਨੂੰ ਆਪਾਂ ਕ੍ਰੈਡਿਟ ਕਰਾਂਗੇ। ਠੀਕ ਹੈ। ਐਗਜ਼ਾਮਪਲ ਦੇ ਤੌਰ 'ਤੇ ਸੈਲਰੀ ਡਿਊ ਟੂ ਕਲਰਕ, ਸੈਲਰੀ ਜਿਹੜੀ ਹੈ ਡਿਊ ਹੈ, ਕਲਰਕ ਦੀ ਡਿਊ ਮਤਲਬ ਆਊਟਸਟੈਂਡਿੰਗ ਹੀ ਹੁੰਦਾ ਹੈ, ਤਾਂ ਆਪਾਂ ਕੀ ਐਂਟਰੀ ਪਾਵਾਂਗੇ? ਸੈਲਰੀਜ਼ ਅਕਾਊਂਟ ਡੈਬਿਟ ਟੂ ਆਊਟਸਟੈਂਡਿੰਗ ਸੈਲਰੀਜ਼ ਅਕਾਊਂਟ। ਠੀਕ ਹੈ। ਇਹ ਸੀਗਾ ਆਊਟਸਟੈਂਡਿੰਗ ਐਕਸਪੈਂਸਿਸ ਅਤੇ ਪ੍ਰੀਪੇਡ ਐਕਸਪੈਂਸਿਸ ਨਾਲ ਰਿਲੇਟਡ ਕੁਐਸਚਨ। ਆਊਟਸਟੈਂਡਿੰਗ ਐਕਸਪੈਂਸਿਸ ਅਤੇ ਪ੍ਰੀਪੇਡ ਐਕਸਪੈਂਸਿਸ ਦੇ ਨਾਲ ਰਿਲੇਟਡ ਟਰੀਟਮੈਂਟ, ਇਹਦੇ ਨਾਲ ਰਿਲੇਟਡ ਵੀ ਮੈਂ ਤੁਹਾਨੂੰ ਜਰਨਲ ਐਂਟਰੀਜ਼ ਭੇਜਾਂਗੀ, ਉਹ ਤੁਸੀਂ ਪਾਸ ਕਰਨੀਆਂ ਹੈ। ਨੈਕਸਟ ਆਪਾਂ ਅਗਲੀ ਕਲਾਸ ਦੇ ਵਿੱਚ ਕੰਟੀਨਿਊ ਕਰਾਂਗੇ। ਥੈਂਕ ਯੂ ਸਟੂਡੈਂਟਸ।